ठीक है। हमने ये तो सुना था कि संसद में बहुमत ना होने की वजह से मते गिर जाते हैं। ये भी सुना था कि विधानसभा में बहुमत ना होने की वजह से मते गिर जाते हैं, लेकिन ना ये कभी सुना था ना देखा था कि एक सरकार जो बहुमत की सरकार है, उस सरकार की कैबिनेट मीटिंग में मता इसलिए गिर गया कि बहुमत मुख्यमंत्री के पास नहीं था, सरकार के पास नहीं था। हमने कल जो कहा था वो बात इस बात से साबित हो जाती है कि कांग्रेस पार्टी वास्तव में हाशिए पर है, पंजाब में अपनी अंतिम सांसें ले रही है, वेंटिलेटर पर है, क्योंकि आज कैप्टन अमरिंदर की खुद की कैबिनेट में, कैप्टन साहब की खुद की कैबिनेट में 32 में से 30 मते गिर गए, क्योंकि कैप्टन साहब के पास अपनी कैबिनेट चलाने के लिए, कोरम पूरा करने के लिए और मता पास करने के लिए मंत्री नहीं थे, आंकड़े नहीं थे। इस संदर्भ में मैं आम आदमी पार्टी पंजाब के प्रधान, आम आदमी पार्टी के सांसद भगवंत मान साहब से कहूँगा, अपनी बात पार्टी की ओर से आप सबके सामने रखेंगे। मेहरबानी, शुक्रिया जी। जिस तरह राघव ਚੱਡਾ जी ने दस्या कि शर्म की गल है कि कैबिनेट ਦੇ ਵਿੱਚ ਜਿਹੜੀ ਕੱਲ ਮੀਟਿੰਗ ਸੀ 32 ਮਤੇ, ਜਿਹੜੀ कैबिनेट ਦੇ ਵਿੱਚ ਮਤੇ ਪਾਸ ਕਰਾਉਣੇ ਹੁੰਦੇ ਨੇ ਜਸਟ ਉਹ ਫਾਰਮੈਲਿਟੀ ਹੁੰਦੀ ਹੈ, ਪਰ ਕਿਉਂਕਿ ਅੱਧੀ ਤੋਂ ਜ਼ਿਆਦਾ कैबिनेट ਜਿਹੜੀ ਹੈ ਉਹ ਦਿੱਲੀ ਬੈਠੀ ਹੈ ਤੇ ਸਿਰਫ 2 ਮਤੇ ਜਿਹੜੇ ਨੇ ਫਾਰਮੈਲਿਟੀ ਦੇ ਤੌਰ ਤੇ ਪਾਸ ਹੋਏ, 30 ਮਤੇ ਜਿਹੜੇ ਇਸ ਕਰਕੇ ਛੱਡ ਦਿੱਤੇ ਗਏ ਕਿ ਆਪਣੇ ਕੋਲੇ ਮਿਨਿਸਟਰੀ ਦੀ ਜਿਹੜੀ ਸਟਰੈਂਥ ਹੈ ਉਹ ਪੂਰੀ ਨਹੀਂ ਹੈਗੀ। ਤੇ ਮੈਂ परसों पीसी ਜਿਹੜੀ ਕੀਤੀ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਸਰਕਾਰ ਜਿਹੜੀ ਹੈ, ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ, ਸਰਕਾਰ ਦਿੱਲੀ ਬੈਠੀ ਹੈ ਤੇ ਅੱਜ ਕੈਪਟਨ ਸਾਹਿਬ ਵੀ ਦਿੱਲੀ ਚਲੇ ਗਏ ਹੈਲੀਕਾਪਟਰ ਤੇ ਹੁਣੇ ਥੋੜੀ ਦੇਰ ਪਹਿਲਾਂ, ਤੇ ਪੰਜਾਬ ਜਿਹੜਾ ਹੁਣ ਉਹ ਕਿਸਮਤ ਦੇ ਸਾਰੇ ਛੱਡਿਆ ਹੋਇਆ ਹੈ, ਲਾਵਾਰਸ ਹੈ, ਵੈਕਸੀਨੇਸ਼ਨ ਹੈ ਨਹੀਂ, ਕੁਛ ਨਹੀਂ, ਤੇ ਸਰਕਾਰ ਜਿਹੜੀ ਹੈ ਉਹ ਦਿੱਲੀ ਬੈਠੀ ਹੈ। ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਔਰ ਸੋਨੀਆ ਗਾਂਧੀ ਦੇ ਦਰਬਾਰ 'ਚ ਬੈਠੇ ਨੇ। अब कोई कुर्सी बचाउंदा फिरदा, कोई नवीं कुर्सी लभदा फिरदा, ते नाल नाल एक होर जिहड़ी गल जिहड़ी पंजाबियां दे खास तौर ते नौजवान, पढ़े लिखे नौजवान, डिग्री होल्डर्स, उन्हां दे जख्मां ते नमक छिड़कण वाली है कि 2 MLA दे बेटियां नूं नौकरी दित्ती जा रही, एक नूं DSP ते एक नूं तहसीलदार, मतलब 3 नौकरियां दित्तियां हुण तक, घर घर नौकरी देने का वादा करके। एक बेअंत सिंह दे पोते नूं DSP लाया ते 2 नौकरियां हुण पाइपलाइन च ने। जिहड़े नौजवान नौकरी ना होण करके, रोज़गार ना होण करके पानी दीयां टैंकियां ते चढ़ के बैठे ने, जिहड़े नौजवान नौकरियां ना होण करके, रोज़गार ना होण करके भाखड़ा नहर वर्गियां नहरां च छालां मार रहे ने, ते फिर उन्हां दा कौन वालीवारस है जी? ये ਉਹ ਹੈਗਾ ਕਿ ਜਿਹੜੀਆਂ ਰਿਓੜੀਆਂ ਨੇ ਆਪਣੇ ਘਰਦਿਆਂ ਨੂੰ ਦਿੱਤੀਆਂ ਜਾ ਰਹੀਆਂ। ਕੀ ਇਹ ਟਾਈਮ ਹੈ ਕਿ MLA ਨੂੰ, ਉਹਨਾਂ ਦੇ ਬੇਟਿਆਂ ਨੂੰ ਸਿੱਧੇ ਤਹਿਸੀਲਦਾਰ, ਸਿੱਧੇ DSP ਭਰਤੀ ਕਰੋ? ਕੋਈ ਪ੍ਰੋਸੀਜਰ ਨਹੀਂ ਹੈਗਾ ਪੰਜਾਬ 'ਚ, ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ, ਜਿਹਦਾ ਜਿੱਥੇ ਦਾ ਲੱਗਦਾ ਉਹ ਲੁੱਟੀ ਜਾਂਦੇ ਹੈ। ਪੰਜਾਬ ਸਰਕਾਰ ਜਿਹੜੀ ਹੈ ਉਹ ਬਿਲਕੁਲ ਹਾਸ਼ੀਏ ਤੇ ਪਹੁੰਚ ਗਈ। ਜਿਸ ਤਰ੍ਹਾਂ ਰਾਘਵ ਨੇ ਕਿਹਾ ਕਿ ਕੈਬਨਿਟ ਦੇ ਵਿੱਚ ਮਤੇ ਵੀ ਨਹੀਂ ਪਾਸ ਹੋ ਰਹੇ, ਇਹਨਾਂ ਨੂੰ ਸਰਕਾਰ ਚਲਾਉਣ ਦਾ ਕੀ ਅਧਿਕਾਰ ਹੈ? ਹੁਣ ਤਾਂ ਇਹਨਾਂ ਦੇ ਆਪਣੇ ਵੀ ਕਹਿ ਰਹੇ ਨੇ, ਸੁਰਜੀਤ ਧਮਾਨ ਨੇ ਕਿਹਾ ਉੱਥੇ ਦਿੱਲੀ ਕਿ ਜੇ ਨਹੀਂ ਸਰਕਾਰ ਚੱਲ ਸਕਦੀ ਤਾਂ ਕੈਪਟਨ ਸਾਹਿਬ ਨੂੰ ਬਦਲ ਦਿਓ, ਤਾਂ ਸਰਕਾਰ ਦੇ ਮੁਖੀ ਨੂੰ ਚੇਂਜ ਕਰ ਦਿਓ। ਤੇ ਹੁਣ ਪਤਾ ਨਹੀਂ ਉੱਥੋਂ ਕੀ ਲੈ ਕੇ ਆਉਣਗੇ। ਮਤਲਬ ਮੀਡੀਆ ਦਾ ਧਿਆਨ ਵੀ ਸਾਰਾ ਉੱਧਰ ਹੈ, ਕੋਈ ਕਰੋਨਾ ਦੀ ਗੱਲ ਨਹੀਂ ਕਰ ਰਿਹਾ, ਕੋਈ ਵੈਕਸੀਨੇਸ਼ਨ ਦੀ ਗੱਲ ਨਹੀਂ ਕਰ ਰਿਹਾ, ਸਿਰਫ ਤੇ ਸਿਰਫ ਗੱਲ ਇਹ ਚੱਲ ਰਹੀ ਹੈ ਮੇਰੇ ਨਾਲ 4 ਨੇ, ਮੇਰੇ ਨਾਲ 5 ਨੇ, ਉਹਦੇ ਨਾਲ 7 ਨੇ, ਮੇਰੇ ਨਾਲ 11 ਨੇ। ਇਹ ਹੁਣੇ ਤੋਂ ਹੀ ਗੋਟੀਆਂ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬੇਅਦਬੀ ਕਾਂਡ ਦੀ ਕੋਈ ਚਰਚਾ ਨਹੀਂ, ਕੁਛ ਨਹੀਂ, ਸਿਰਫ ਤੇ ਸਿਰਫ ਇਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ 6 ਮਹੀਨੇ ਰਹਿ ਗਏ, ਹੁਣ ਆਪੋ ਆਪਣਾ ਦਾ ਲਾ ਲਓ ਜੇ ਲੱਗਦਾ ਹੈ। ਪਰ ਜਨਤਾ ਦੀ ਕਚਹਿਰੀ ਜਦੋਂ ਜਾਣਗੇ ਤਾਂ ਇਹ ਲੋਕਾਂ ਦੇ ਨਫ਼ਰਤ ਦੇ ਪਾਤਰ ਬਣੇ ਹੋਏ ਨੇ
ਤਾਂ ਇਹਨਾਂ ਨੂੰ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਸਬਕ ਸਿਖਾਉਣਗੇ ਇਸ ਗੱਲ ਦਾ ਕਿ ਵਾਅਦੇ ਕਿਹੜੇ ਕੀਤੇ ਸੀ ਤੇ ਲੜਾਈਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਨਹੀਂ ਮੁੱਕਦੀਆਂ। ਪੰਜਾਬ ਦੇ ਲੋਕ ਜਿਹੜੇ ਨੇ ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ, ਗਰੀਬੀ ਨਾਲ, ਆਹ ਲੋਕਡਾਊਨ ਨਾਲ ਕੀ ਹਾਲਤ ਹੋਈ ਹੈ, ਇਹਦੇ ਬਾਰੇ ਪੁੱਛਣ ਲਈ ਇੱਥੇ ਸਾਡੇ ਕੋਲੇ ਕੋਈ MLA ਜਾਂ ਵਿਧਾਇਕ ਹੈ ਨਹੀਂ ਜਿਹੜਾ ਉਹਨਾਂ ਦੀ ਸਾਰ ਲੈ ਸਕੇ। ਸੋ ਇਸ ਸਿਲਸਿਲੇ 'ਚ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਕੋਈ ਤੁਹਾਡੇ ਕੋਲੇ ਆਪਣੇ ਸਵਾਲ ਨੇ ਤਾਂ ਪਲੀਜ਼ ਇੱਕ ਜਾਣਾ ਕਰ ਲੈ। ਸੇਮ ਹੀ ਹਾਂ। हालांकि आप निष्कासित कर चुके थे, वो भी अपनी अलग पार्टी बना चुके थे, तो वो कांग्रेस में चले गए, इसको कैसे? देखो, वैसे तो एक बहुत मशहूर शेर है पंजाबी का कि अपने वल्लों तो दरिया वड्डे घर जाता है, अपने वल्लों तो दरिया वड्डे घर जाता है, पर समुंदर दे विच जाके वो मर जाता है। गर्दन सीधी रखण दा मुल तार रहे हैं, बेशर्मा दा तां नीवी पा के भी सर जाता है। उन्होंने तो नीवी पा के सरदा है जी, सर गया। अज फिर नीवी पाई खड़े सी उत्थे। मैं पहले भी कहा सी, एक चोण निशान तो MLA ने, एक चोण निशान तो बठिंडे MP की 2 साल पहला सीट लड़ी, इलैक्शन लड़ी, हुण एक चोण निशान वाल नूं चले गए। खास तौर पर मैं पूछना चाहूँगा खैरा साहब, तुसी 1984 की नस्लकुशी की अक्सर गल करते रहने हो, तो आह ਜਿਹੜੇ दिन ने एक घल्लू घरा हफ्ता है। ये जून के इस हफ्ते ही दरबार साहब से ब्लू स्टार ऑपरेशन होया सी। घट्टो घट्ट दिन तो कोई इधर उधर कर लेंदे, तो हुण जाके की जवाब देवोगे उत्थे? तो परमजीत कौर खालड़ा जी जिन्होंने उन्होंने खडूर साहब तो लड़ाई सीगी टिकट, तो उन्होंने दिल ते की बीतूगी कि उन्होंने जिहड़े हसबैंड ने उन्होंने कातलों के नाल तुसीं जाके उत्थे हथ मिला लिया तो खड़े सी, तो LOP होंदे होए कांग्रेस ते बड़े अटैक करते सी। कि हुण रेत माफिया ठीक हो गया, कि ट्रांसपोर्ट माफिया बिल्कुल सही है, एक्साइज माफिया खत्म हो गया। सो कोई मतलब कोई स्टैंड ही है नहीं, की कह सकते हैं बस। पार्टी ਦੇ ਵਿੱਚ ਰਹਿ ਕੇ ਹੀ ਆਵਾਜ਼ਾਂ ਚੱਕਾਂਗਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਾਂਗਰਸ ਜਦੋਂ ਸਪੋਕਸਪਰਸਨ ਸੀਗਾ ਤਦ ਵੀ ਆਵਾਜ਼ਾਂ ਚੱਕੀਆਂ ਸੀਗੀਆਂ। ਹੁਣ ਮੈਂ ਦੁਬਾਰਾ ਕਾਂਗਰਸ ਸ਼ਾਮਲ ਹੋਇਆ, ਫਿਰ ਮੈਂ ਜਿਹੜੀ ਮੁੱਦੇ ਦੀ ਗੱਲ ਹੈ ਮੈਂ ਫਿਰ ਚੱਕਾਂਗਾ। मतलब एक ਭਗਵੰਤ ਮਾਨ ਦੀ ਨਾਲੂ ਦਾ ਬਹੁਤ ਵੱਡੀ ਜ਼ਿੰਦਗੀ ਦੀ ਗਲਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ, ਤੇ ਨਾਲ ਹੀ ਉਹ ਕਨਵੈਨਸ਼ਨ ਬਠਿੰਡੇ ਵਾਲੇ 6 ਮਤਿਆਂ ਦਾ ਵੀ ਮਾੜੀ ਜ਼ਿਕਰ ਕਰ ਦਿਓ ਜੀ। पता कि मैं ज़्यादा नहीं उन क्योंकि साढ़े वालों तो कदों दे चले गए सीगे। ਅਸੀਂ ਤਾਂ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਕਿ ਇਹਨਾਂ ਦੀ ਜਿਹੜੀ ਹੈ ਉਹ ਮੈਂਬਰਸ਼ਿਪ ਕੈਂਸਲ ਕੀਤੀ ਜਾਵੇ। ਬਾਕੀ ਉਹ ਕਹਿੰਦੇ ਨੇ ਨਾ ਮੈਂ ਇੱਧਰ ਰਹਿ ਕੇ ਵੀ ਆਵਾਜ਼ਾਂ ਚੱਕਾਂਗਾ, ਇਹਦਾ ਮਤਲਬ ਇੱਧਰ ਵੀ ਹੁਣ ਲੜਨਗੇ ਆ ਕੇ। ਸੋ ਇਸ ਸੁਭਾਅ 'ਚ ਖੂਨ 'ਚ एक्सपेक्टेड था। अंग्रेजी उन्होंने गल कही, कहते एवरीथिंग इज फेयर इन लव एंड वॉर। और अरविंद केजरीवाल उत्ते उन्होंने हमला किया, कहते एक डिक्टेटरशिप वाला रवैया जिहड़ा है अरविंद केजरीवाल आम आदमी पार्टी चला रहे हैं। देखो जी, पहली गल तो उन्होंने शामिल होने वास्ते लोकेशन किहड़ी चुनी है, हैलीपैड के कोले। ਜਦੋਂ ਉਹਨਾਂ ਨੂੰ ਸ਼ਾਮਲ ਕਰਕੇ ਮੁੱਖ ਮੰਤਰੀ ਜਿਹੜਾ ਆਪਣੇ ਪਾਰਟੀ ਦੇ ਪ੍ਰਧਾਨ ਵੱਲ ਨੂੰ ਤੁਰ ਪਿਆ ਕਿ ਮੈਂ ਉੱਥੋਂ ਲੈ ਆਵਾਂ ਦੇਸ਼, ਤੇ ਕਿੱਧਰ ਗਈ ਖੁਦ ਮੁਖਤਾਰੀ? ਹੁਣ ਭਲੱਥ ਤੋਂ ਫੈਸਲੇ ਹੋਇਆ ਕਰਨਗੇ ਕਾਂਗਰਸ ਦੇ। ਸੋ ਜਦੋਂ ਵੀ ਉਹਨਾਂ ਨੇ ਝੂਠ ਬੋਲਣਾ ਹੁੰਦਾ ਉਦੋਂ ਅੰਗਰੇਜ਼ੀ 'ਚ ਬੋਲਦੇ ਆ ਤਾਂ ਕਿ ਘੱਟ ਲੋਕਾਂ ਨੂੰ ਸਮਝ ਆਵੇ। अब तो उन्होंने अपना रास्ता पहले चुन लिया था, लेकिन अब तो बिल्कुल ही अलग हो गए, वो कांग्रेस में शामिल हो गए। तो कोई फर्क पड़ेगा और कोई गुट अब रहा है पंजाब कांग्रेस में? कितने कॉन्फिडेंट है आप भी अब लंबे समय से पंजाब के सहप्रभारी हैं? देखिए, आपके लिए ये नई खबर है कि उन्होंने कांग्रेस ज्वाइन कर ली। वो एक सस्पेंडेड MLA थे, एक्सपेक्टेड था कि कांग्रेस को ज्वाइन करेंगे, आज नहीं तो कल उन्होंने ज्वाइन करना था। ये हमारे लिए कोई बहुत बड़ी खबर नहीं है। चले गए लोग अब उनका जवाब दे देंगे। हमारे लिए, आम आदमी पार्टी के लिए, हमारी पार्टी के सभी साथियों के लिए पंजाब के मुद्दे ज़्यादा ज़रूरी हैं। ऐसे अपॉर्चुनिस्ट लोग, मौका परस्त लोग, इन पर ना हम ज़्यादा ध्यान देते हैं, ना इनकी बात करना पसंद करते हैं। हम पंजाब के मुद्दों की बात करना पसंद करते हैं। और कांग्रेस की आपने जहाँ तक बात करी, आज भी जैसा आम आदमी पार्टी ने इस प्रेस कॉन्फ्रेंस के माध्यम से मान साहब और मैंने कहने का प्रयास किया है कि कांग्रेस अब पंजाब में इतने धड़ों में बंट चुकी है, मुख्यमंत्री की लड़ाई से लेकर बूथ इंचार्ज तक की लड़ाइयाँ चल रही हैं, तलवारें निकली हुई हैं कांग्रेस में, कि कांग्रेस का अब रिवाइवल
कोई वैक्सीन लगाकर भी नहीं किया जा सकता। अब कोई हाईकमांड दिल्ली से अगर इनको वैक्सीन भी लगवा दे तो भी कांग्रेस पंजाब में फिर से जीवित नहीं हो सकती। कांग्रेस पंजाब में खत्म हो गई है। कांग्रेस को पंजाब में वोट देना अपना वोट बर्बाद करने जैसा है। और जो मैंने कहा था, कांग्रेस वेंटिलेटर पर है पंजाब में, अपनी आखिरी सांसें गिन रही है। और एक ऐसा समा जहां हजारों लोग कोरोना से रोज सूबे में संक्रमित हो रहे हैं, पॉजिटिव आ रहे हैं, वैसे समय पूरी सरकार, पूरी रूलिंग पार्टी सारी जिम्मेदारियां हल्के, सारे महकमे, सारे डिपार्टमेंट छोड़कर दिल्ली बैठी है कि मेरे को मुख्यमंत्री बना दो। एक कहता है मुझे बना दो, दूसरा कहता है मुझे बना दो, तो तीसरा जिसके घर पे मीटिंग होती है वो सोचता है मुझे बना दो। सब मुख्यमंत्री बनना चाहते हैं और मुख्यमंत्री बनने की लड़ाई चल रही है। सुखबीर बादल ने कहा कि जी आम आदमी पार्टी और कांग्रेस एक पार्टी है, क्योंकि इन्हों के MLA कदे आम आदमी पार्टी के कांग्रेस से चले जाते हैं, फिर वापस आम आदमी पार्टी च आ जाते हैं, और हुण इन्हों के MLA कुछ जो कांग्रेस से चले गए हैं। बी टीम का भी क्लीयर देखो, असी तो लोगों की ए टीम आ, असी लोगों की, पंजाब के लोगों की ए टीम आ। बाकी सानू दिल्ली च कहते हैं, कदे कहते हैं BJP की बी टीम है, कदे कहते हैं आ फलाने की C टीम है। सिंपल है जी, असी लोगों की लड़ाई लड़ रहे हैं। असी नॉन पोलीटिकल बैकग्राउंड चो ज़्यादातर आए हुए हैं असी, ते असी कोशिश की सी 17 च कि नॉन पोलीटिकल लोगों को टिकटां दे के, वधिया हर फील्ड के बंदिਆਂ ਨੂੰ टिकटां दे के असी अगे लैके आईए। तुसीं दसो, बेरोजगार लाइनमैन यूनीयन के प्रधान सी पिरमल खालसा जी, ठीक है जी, उत्थों लैके आए सी, ते चलो जाके उत्थे तुसीं विधान सभा च आवाज़ उठाओ। अज फिर अज वो लाइनमैन यूनीयन जी वो की सोचती होगी। एक मेरी जिंदगी का ਜਿਹੜਾ ਮੋਟਿਵ ਸੀਗਾ ਸਿਆਸਤ ਦੇ ਵਿੱਚ ਆਉਣ ਦਾ, ਕਹਿੰਦੇ ਪੂਰਾ ਹੋ ਗਿਆ, ਕਿਉਂਕਿ ਕਾਂਗਰਸ ਦੇ ਵਿੱਚ ਕਹਿੰਦੇ ਆਉਣ ਤੋਂ ਬਾਅਦ ਹੁਣ ਕੈਪਟਨ ਸਾਹਿਬ ਇਹ ਹੱਲ ਕਰਵਾ ਦੇਣਗੇ ਮਸਲੇ। ਕਹਿੰਦੇ कैप्टन साहब का आप मसला बने बैठे ने हुण कांग्रेस वास्ते, सो हुण की हल कराउणगे। सो मैं तो यही कहूँगा, इहो जे मौका परस्त जिहड़े ने इन्हां नूं लोकां दा विश्वास तोड़िया, इन्हां ने भदौड़ दे मौड़ दे भलੱਥ ਦੇ ਲੋਕਾਂ ਦਾ ਵਿਸ਼ਵਾਸ ਤੋੜਿਆ, ਤਾਂ ਲੋਕ ਹੀ ਉਹਨਾਂ ਨੂੰ ਸਜ਼ਾ ਦੇਣਗੇ। ਵੈਕਸੀਨ ਵੇਚੀ ਜਾ ਰਹੀ ਹੈ ਜੀ ਪ੍ਰਾਈਵੇਟ ਹਸਪਤਾਲਾਂ ਨੂੰ, 400 ਰੁਪਏ ਦੀ ਸਰਕਾਰ ਫੀਸ ਕਰਦੀ ਆ, ਅੱਗੇ 1060 ਦੀ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਦੀ, ਅੱਗੇ ਪ੍ਰਾਈਵੇਟ ਹਸਪਤਾਲ 2000 ਤੋਂ ਵੱਧ ਦੀ ਕੀਮਤ ਵਸੂਲ ਰਹੇ ਨੇ ਇੱਕ ਆਦਮੀ ਦੇ ਲਗਾਉਣ ਦੀ। ਵੈਕਸੀਨ ਬਾਰੇ ਜ਼ਿਆਦਾ ਬਿਹਤਰ ਤਰੀਕੇ ਨਾਲ, ਕਿਉਂਕਿ ਦਿੱਲੀ ਦੇ ਵਿੱਚ ਸਾਰਾ ਵੈਕਸੀਨ ਦਾ ਜਿਹੜਾ ਇੰਚਾਰਜ ਹੈ ਉਹ ਰਾਘਵ ਜੀ ਹੈ, ਆ ਜਵਾਬ ਦਿਓ ਜੀ। किसी के साथ जुड़ा में वैक्सीन खरीद रही है पंजाब सरकार कंपनियों से, प्राइवेट हॉस्पिटलों को 1060 रुपये में बेची गई है, और चीफ सेक्रेटरी कह रहे हैं कि आप प्राइवेट हॉस्पिटलों में वैक्सीन लगवा सकते हैं। उन्होंने स्पेशली इसको लेकर एक ट्वीट भी किया कि जो प्राइवेट हॉस्पिटल है वहाँ पर वैक्सीन अवेलेबल है। देखिए, प्राइवेट हॉस्पिटल, वैक्सीन बनाने वाली कंपनियां और पंजाब सरकार तीनों मिलकर जनता को, लोगों को हजारों करोड़ों रुपए जनता के लूट रही है। इन सब की आपस में सेटिंग है, जिसके चलते सरकार की जो जिम्मेदारी है कि फ्री में एक एक व्यक्ति को, एक एक आदमी को वैक्सीन लगवाना, उससे वो लोग पल्ला झाड़कर प्राइवेट अस्पतालों की ओर, जहां 1000, 1500, 2000, कहीं कहीं 2500 रुपये एक वैक्सीन का शॉट का लग रहा है, उसकी ओर इन्हें धकेल रहे हैं। और कई बड़े 5 सितारा होटल अब 3-3, 4-4 दिन के पैकेज इन्होंने शुरू कर दिए कि आओ होटल में रहो, 5 सितारा होटल में ऐशो आराम से खाना खाओ और लगे हाथों अपनी वैक्सीन की एक शॉट भी लगवा लो। इस प्रकार से एक व्यापार, एक धंधा वैक्सीन का बना दिया है, और इस धंधे में भी सरकार मिलकर प्राइवेट कंपनी और अस्पतालों के साथ जनता का पैसा लूट रही है। ये पंजाब में वैक्सीन के मामले में भी, इस महामारी में भी चल रहा है। जी, आपने 5 सितारा होटल की बात की है, आपकी भी मीटिंग अकाली दल के एक सीनियर आगू के साथ 5 सितारा होटल में हुई है, उसके बारे में बता दीजिए। मेरी आदेश प्रताप कह रहा हूँ कि क्या एंट्री हो रही है? मेरी मीटिंग 5 सितारा होटल में कब, किसके साथ हुई? दिल्ली के बताया जा रहा है कि सीनियर लीडर्स ने आदेश प्रताप कैरो के साथ मीटिंग की है चंडीगढ़ के 5 सितारा होटल। ये तो अफवाहों पे कम यकीन किया करो आप।
ਤੁਹਾਨੂੰ ਅੱਜ ਸਰ, ਇਹ ਮੁੱਦੇ ਨੇ। ਸਿਰਫ ਡਰੰਕਰ ਤੁਹਾਡੇ ਉੱਤੇ ਸਰ ਉਹ ਜੋ ਮਰਜ਼ੀ ਕਹੀ ਜਾਣ, ਪਰ ਘੱਟੋ ਘੱਟ ਇਹ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਤੋੜਦੇ। ਅਸੀਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਵਲੰਟੀਅਰਾਂ ਨੇ ਆਪਣੇ ਪੱਲਿਓਂ ਤੇਲ ਪਵਾ ਕੇ ਉਹਨਾਂ ਦੇ ਮੂਹਰੇ ਕਾਫਲੇ ਬਣਾਏ ਤੇ ਅੱਜ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਊਗੀ। ਪਰ ਮੈਂ ਫਿਰ ਉਹੀ ਕਹੂੰਗਾ ਕਿ ਉਹ ਇੱਕ ਕਿਸੇ ਇਲੈਕਸ਼ਨ ਦੌਰਾਨ ਕਿਸੇ ਪਾਰਟੀ ਦੇ ਦਫ਼ਤਰ 'ਚ ਅੱਗ ਲੱਗੀ, ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਕਿ ਜਲਦੀ ਆਓ ਜੀ, ਸਾਡਾ ਜਿਹੜਾ ਪਬਲਿਸਿਟੀ ਮਟੀਰੀਅਲ ਸਾਰਾ ਇੱਥੇ ਹੀ ਪਿਆ, ਇਹ ਵਿਰੋਧੀਆਂ ਦੀ ਚਾਲ ਲੱਗਦੀ ਹੈ, ਸਾਡਾ ਦਫ਼ਤਰ ਜਿਹੜਾ ਉਹਨੂੰ ਅੱਗ ਲੱਗੀ ਤੇ ਜਲਦੀ ਪਹੁੰਚੋ। 5 ਮਿੰਟਾਂ ਬਾਅਦ ਫਿਰ ਦੁਬਾਰਾ ਫਾਇਰ ਬ੍ਰਿਗੇਡ ਨੂੰ ਫੋਨ ਗਿਆ ਉਸੇ ਦਫ਼ਤਰ 'ਚੋਂ ਕਿ ਜੀ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਊ ਜਿਹੜੀ ਹੈ ਉਹ ਭੇਜਣ ਦੀ ਲੋੜ ਨਹੀਂ, ਕਿਉਂਕਿ ਹੁਣ ਮਸਲਾ ਠੀਕ ਹੋ ਗਿਆ। ਉਹ ਕਹਿੰਦੇ ਜੀ ਅੱਗ ਬੁਝ ਗਈ ਜਾਂ ਅੱਗ 'ਤੇ ਕਾਬੂ ਪਾ ਲਿਆ। ਉਹ ਕਹਿੰਦੇ ਜੀ ਅੱਗ ਨਹੀਂ ਬੁਝੀ, ਮੈਂ ਹੀ ਪਾਰਟੀ ਬਦਲੀ, ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ, ਮੱਚ ਲੈਣ ਦਿਓ, ਸੱਟ ਲੈਣ ਦਿਓ। ਆਹ ਇਹਨਾਂ ਦੀਆਂ ਕਿਰਦਾਰ ਨੇ। ਪਾਰਟੀ ਮਜ਼ਬੂਤ ਹੋ ਗਈ ਹੈ, ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਰਹੇ ਹੋ, ਪਰ ਕੰਵਰ ਸੰਧੂ ਜੀ ਤੁਹਾਡੀ ਪਾਰਟੀ ਦੇ ਵਿਧਾਇਕ ਚਲੋ ਯਾਰ, ਫਿਰ ਉਹਨਾਂ ਨਾਲ ਵੀ ਗੱਲਬਾਤ ਕੀਤੀ? ਨਹੀਂ, ਕੋਈ ਇਸ ਤਰ੍ਹਾਂ ਬਸ ਤੁਹਾਡੀ ਪਾਰਟੀ 6 ਵਜੇ ਹੈ, ਅਕਾਲੀ ਦਲ ਤੋਂ ਬੰਦੇ ਸ਼ਾਮਲ ਹੋਏ ਨੇ। ਗੋਪਾਲ ਖਹਿਰਾ ਕਹਿੰਦੇ ਕਿ ਜਿਹੜੇ ਪਾਰਟੀ ਦੇ ਬੇਦਬੀਆਂ ਕੀਤੀਆਂ, ਜਿਸ ਪਾਰਟੀ ਦੇ ਉੱਤੇ ਇਲਜ਼ਾਮ ਬੇਦਬੀਆਂ ਦੇ ਹੈਗੇ ਨੇ, ਉਹਨਾਂ ਦੀ ਪਾਰਟੀ ਦੇ ਬੰਦਿਆਂ ਨੂੰ ਹੀ ਹੁਣ ਆਮ ਆਦਮੀ ਪਾਰਟੀ ਆਪਣੀ ਪਾਰਟੀ ਸ਼ਾਮਲ ਕਰ ਰਹੀ ਹੈ। ਜਗਜੀਵਨ ਸਿੰਘ ਖੇਲੀਆਂ ਦੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ। ਨਹੀਂ ਜੀ, ਨਹੀਂ, ਕੋਈ ਉਹਨਾਂ ਤੇ ਕੋਈ ਪਰਸਨ ਕੋਈ ਬਲੇਮ ਨਹੀਂ, ਕੁਝ ਨਹੀਂ। ਪਾਰਟੀ ਉਹਨਾਂ ਨੂੰ ਕਹਿ ਲੈਣ ਤੋਂ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ। ਲੈ ਚਲੋ ਕਰਾ। ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ 2017 ਦੀ ਇਲੈਕਸ਼ਨ ਤੋਂ ਪਹਿਲਾਂ 2 ਮਹੀਨੇ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਉਹਨਾਂ ਨੂੰ ਆਫਰ ਕੀਤਾ ਕਿ ਕਾਂਗਰਸ ਵੱਲੋਂ ਲੜੋ, ਜੇਕਰ ਜਿੱਤ ਕੇ ਆਉਂਦੇ ਨੇ ਤਾਂ ਮੰਤਰੀ ਮੰਡਲ ਵਿੱਚ ਵੀ ਲੈ ਲਾਂਗੇ। ਅਜਿਹਾ ਕਿਉਂ ਹੁੰਦਾ ਕਿ 6-7 ਮਹੀਨੇ ਪਹਿਲਾਂ ਹੀ ਸਿਆਸੀ ਲੀਡਰਾਂ ਦੇ ਹਿਰਦੇ ਪਰਿਵਰਤਨ ਹੋਣ ਲੱਗ ਜਾਂਦੇ? ਪਹਿਲੀ ਗੱਲ ਤਾਂ ਇਹ ਕਿ ਕਾਂਗਰਸ ਆਪਣਾ 2017 ਦੀ ਇੰਨੀ ਕਰੂਸ਼ਲ ਇਲੈਕਸ਼ਨ ਤੋਂ ਪਹਿਲਾਂ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਕਿਵੇਂ ਮਿਲਦੇ ਫਿਰਦੇ ਸੀ, ਜਦਕਿ ਉਹ ਤਾਂ ਕਾਂਗਰਸ ਵੱਲੋਂ ਕੰਮ ਕਰ ਰਹੇ ਸੀਗੇ। ਸੋ ਇਹਦਾ ਮਤਲਬ ਉਹਨਾਂ ਨੇ ਉੱਧਰ ਵੀ ਗੋਟੀਆਂ ਫਿੱਟ ਕੀਤੀਆਂ, ਜੇ ਇੱਧਰ ਹੋ ਗਿਆ, ਜੇ ਇੱਧਰ ਕੰਮ ਬਣ ਗਿਆ ਇੱਧਰ ਚੱਲ ਜਾਂਗੇ। ਸੋ ਇਹੋ ਜਿਹੇ ਮੇਰੇ ਖਿਆਲ 'ਚ ਆਪਾਂ ਕਾਫੀ ਟਾਈਮ ਲਾਤਾ। ਇੰਨਾ ਟਾਈਮ ਸੁਖਪਾਲ ਖਹਿਰੇ ਬਾਰੇ ਬੋਲਣਾ ਸਮੇਂ ਦੀ ਬਰਬਾਦੀ ਹੈ। ਕੋਈ ਹੋਰ ਮੁੱਦਿਆਂ ਦੀ ਗੱਲ ਕਰ ਸਕਦੇ। ਜਿਹੜੀ ਬੇਅਦਬੀਆਂ ਦੀ ਗੱਲ ਹੈ ਜੀ, ਉਹ ਜਿਹੜੀ ਜਾਂਚ ਕਰ ਰਹੀ ਹੈ, ਉਸ ਤੋਂ ਵੀ ਦੱਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਇਲੈਕਸ਼ਨ ਆਉਣ ਵਾਲੀ ਹੁਣ ਕੋਈ ਨਾ ਕੋਈ ਨਤੀਜਾ ਜਾਂ ਸਿੱਖਾਂ ਨੂੰ ਇਨਸਾਫ ਮਿਲੂਗਾ ਜੀ? ਦੇਖੋ ਐਡ ਆਨ ਹੈ, ਸੁਖਬੀਰ ਬਾਦਲ ਨੇ ਕੱਲ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਬੇਅਦਬੀ ਦਾ ਜਿਹੜਾ ਹੈਗਾ ਉਹ ਇਨਸਾਫ ਦਿਵਾਇਆ ਜਾਊ। ਦੇਖੋ, ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਦਵਾਇਆ? ਇਹਨਾਂ ਨੇ 2 ਸਾਲ ਤਾਂ ਸਰਕਾਰ ਇਹਨਾਂ ਦੀ ਸੀ, 2015 ਤੋਂ 2017 ਤੱਕ। ਉਦੋਂ ਸੁਖਬੀਰ ਬਾਦਲ ਕਿੱਧਰ ਗਏ ਸੀਗੇ? ਠੀਕ ਹੈ ਨਾ। ਤੇ ਹੁਣ ਵੀ ਇਹ ਆਪਸ 'ਚ ਰਲੇ ਹੋਏ ਨੇ। ਜੋ ਫੈਸਲਾ ਹੋਇਆ ਇਸੇ ਕਰਕੇ ਪਾਰਟੀ ਦੇ ਵਿੱਚ ਜਿਹੜਾ ਉਹ ਯੁੱਧ ਛਿੜਿਆ ਹੋਇਆ। ਉਹ ਕਹਿੰਦੇ ਜੀ ਅਸੀਂ ਕਿਹੜੇ ਮੂੰਹ ਨਾਲ ਲੋਕਾਂ 'ਚ ਜਾਵਾਂਗੇ। ਇਹਨਾਂ ਦੇ ਮੰਤਰੀ ਤੇ ਇਹਨਾਂ ਦੇ ਐਮਐਲਏ ਕਹਿ ਰਹੇ ਨੇ ਕਿਹੜੇ ਮੂੰਹ ਨਾਲ ਲੋਕਾਂ 'ਚ ਵੋਟਾਂ ਮੰਗਣ ਜਾਵਾਂਗੇ। ਅਸੀਂ ਵਾਅਦਾ ਕੀਤਾ ਸੀ ਕਿ ਬੇਅਦਬੀ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾਂਗੇ। ਇਸੇ ਕਰਕੇ ਅਨਫਨ 'ਚ ਹੁਣ ਇਹ ਚੌਥੀ ਸਿੱਟ ਬਣਾਤੀ। ਦੇਖੋ, ਜਸਟਿਸ ਜੋਰਾ ਸਿੰਘ ਦੀ ਰਿਪੋਰਟ ਨੂੰ ਇਹਨਾਂ ਨੇ ਡਸਟਬਿਨ 'ਚ ਸੁੱਟਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਵਿਧਾਨ ਸਭਾ 'ਚ ਲਾਈਵ ਡਿਸਕਸ਼ਨ ਕਰਾ ਕੇ ਉਹ ਕੋਈ ਫੈਸਲਾ ਨਹੀਂ ਲਿਆ। ਉਸ ਤੋਂ ਬਾਅਦ ਜਿਹੜੀ ਹੈ ਸਿੱਟ ਜਿਹੜੀ ਬਣਾਈ ਗਈ ਕੁਮਰ ਵਿਜੇ ਪ੍ਰਤਾਪ ਵਾਲੀ, ਫਿਰ ਇੱਕ ਸਿੱਟ ਬਣੀ ਨੌ ਨਿਹਾਲ ਵਾਲੀ, ਇੱਕ ਸਿੱਟ ਹੁਣ ਬਣੀ ਹੈ ਜਿਹੜੀ ਦੂਸਰੀ ਜਿਹੜੀ ਹੁਣ ਤੀਜੀ ਸਿੱਟ ਹੈ। ਸੋ ਮਤਲਬ ਮੈਂ ਪਹਿਲਾਂ ਵੀ ਇੱਥੇ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਸਿੱਟ ਬਣੀਆਂ ਨੇ ਉਹ ਬੇਸਿੱਟ ਆ ਰਹੀਆਂ ਨੇ। ਸੋ ਸਿੱਟ ਦਾ ਮਤਲਬ ਇਹ ਹੈ ਕਿ ਮੁੱਦੇ ਨੂੰ ਠੰਡੇ ਵਸਤੇ 'ਚ ਪਾਉਣਾ। ਲੋਕ ਯਕੀਨ ਕਰਨੋਂ ਹਟ ਗਏ। ਸਜ਼ਾ ਜਿਹੜੀ ਹੈ ਉਹ ਲੋਕ ਆਪ ਹੀ ਦੇਣਗੇ। ਇਹਨਾਂ ਨੂੰ ਇੱਕ ਵਾਰੀ ਪਬਲਿਕ ਦੀ ਕਚਹਿਰੀ ਜਾ ਲੈਣ ਦਿਓ ਬਸ।